पंजाब के किसानों की गल करिए, विशेष तौर पर मालवा खेत्र की गल करिए तो इस वक्त किसान जो ने जिन्हों ने कपाह की खेती की सी गुलाबी सुंडी के प्रकोप नाल पीड़ित ने, बेशक सरकारों वालों वादा किया गया कि मुआवजा दिता जाएगा, पर इस सब के पिछे जिहड़ा कारण है वो कारण है बीज का। इस वक्त की गल करिए, एक वड्डी बी परख लैबोरेटरी जिहड़ी हैगी, जिहड़ी प्रयोगशाला बनाई गई सी, वो जिहड़ी है बंद होने के कगार ते ने। असीं इस वक्त उस मौजूद हाँ, वेख सकते हो किन्ने खेती के यंत्र इत्थे हैगे ने, वड्डे वड्डे ट्रैक्टर इत्थे हैगे ने, कई कई पिंडां दे लोग इस विच इत्थे काम करन लई आंदे ने ताकि किसानां नूं सही तरीके नाल फैसिलिटी मिल सके, उन्हां नूं चंगे बीज मिल सकन, प्रयोग किए जा सकन कि हाँ भी ये चीज़ किसानों वास्ते लाहेमंद है, ये चीज़ सही है। वेख सकते हो ट्रैक्टर खड़े ने वड्डे वड्डे, दूजे पासे वेख दो कि सामने कि ट्रैक्टर जिहड़े ने कबाड़ होंदे हुए तुहानूं दिखाई देणगे। तां कुछ लोग साडे नाल मौजूद ने, पूरी इस बारे जानकारी लवांगे कि आखिरकार प्रोजैक्ट की सीगा ते यूज़ की हो रहा है। सेखो साहब, ये प्रोजैक्ट जिहड़ा हैगा इत्थे चल रहा सीगा, किन्ने समय तो चल रहा सीगा, की कुछ इत्थे हुंदा सीगा? देखो पिछले 30 साल पहला महाराजा फरीदकोट ने ਜਿਹੜਾ यूनीवर्सिटी एग्रीकल्चर यूनीवर्सिटी ਨਾਲ ਕੰਟਰੈਕਟ ਕੀਤਾ ਸਿਰਫ 1000 ਰੁਪਏ ਕਿੱਲੇ ਦੇ ਵਿੱਚ ਕਿ ਇੱਥੇ ਖੋਜ ਹੋਵੇ, ਪੰਜਾਬ ਦਾ ਨਹੀਂ ਭਾਰਤ ਦਾ ਕਿਸਾਨ ਖੁਸ਼ਹਾਲ ਹੋਵੇ। ਪਰ ਇੱਥੇ ਬਹੁਤ ਕੁਝ ਖੋਜ ਹੋਇਆ, ਚੰਗਾ ਗੰਨੇ ਦੀ ਖੇਤੀ ਦੀ ਖੋਜ ਹੋਈ, ਨਰਮੇ ਦੇ ਬੀਜ, ਕਣਕ ਦੇ ਬੀਜ, ਹੋਰ ਵੀ ਜਿਹੜੇ ਬਹੁਤ ਸਾਰੇ ਬੀਜਾਂ ਦੀ ਖੋਜ ਹੋਈ। ਔਰ ਇਸੇ ਪਾਸੇ ਦੇ 5 ਪਿੰਡਾਂ ਦੇ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਇਆ, ਚਾਹੇ ਕੋਈ ਮਜ਼ਦੂਰ ਆ, ਚਾਹੇ ਕੋਈ ਪੜ੍ਹਿਆ ਲਿਖਿਆ ਬੰਦਾ, ਉਹ ਸਾਰੇ ਇੱਥੇ ਕੰਮ ਕਰਦੇ ਆ, ਡਰਾਈਵਰ ਹੈ, ਹੋਰ ਬੜੇ ਬੰਦੇ। ਤਾਂ ਜਿਹੜਾ ਮਕਸਦ ਮਹਾਰਾਜਾ ਸਾਹਿਬ ਦਾ ਸੀ, ਜਿਹੜਾ ਅੱਜ ਤੋਂ 30 ਸਾਲ ਪਹਿਲਾਂ, ਔਰ ਸਰਕਾਰ ਨੇ ਚੁੱਪ ਚਪੀਤੇ ਹੀ ਇਹਨੂੰ ਜਿਹੜਾ ਹੈ ਫਾਰਮ ਨੂੰ ਛੱਡ ਦਿੱਤਾ। ਹੁਣ ਉਹਨਾਂ ਨੇ ਜਿਹੜਾ ਟਰਸਟ ਦੇ ਉੱਤੇ ਜਿਹੜੇ ਚੇਅਰਮੈਨਾਂ ਦੇ, ਉਹਨਾਂ ਨੇ ਸਿਰਫ 6200 ਰੁਪਏ ਦੀ ਮੰਗ ਕੀਤੀ ਸੀ ਇਹਨਾਂ ਤੋਂ ਵੀ ਸਾਨੂੰ 6200 ਰੁਪਏ ਦੇ ਵਿੱਚ ਜਿਹੜਾ ਹੈਗਾ ਤੁਸੀਂ ਦਿਓ ਕਿੱਲੇ ਦਾ ਠੇਕਾ। ਔਰ 1225 ਏਕੜ ਜ਼ਮੀਨ ਹੈ, ਔਰ ਜਿਹੜੀ ਹੈਗੀ ਆ 1250 ਕਿੱਲੇ ਤੱਕ ਜਿਹੜੀ ਜ਼ਮੀਨ ਹੈ, ਇਹ ਜਿਹੜੀ ਇਹਦੇ ਵਿੱਚ ਆ ਦੋ। ਸਰਕਾਰ ਦਿਲਚਸਪੀ ਦਿਖਾ ਰਹੀ ਹੈ ਕੋਈ ਇਸ ਜ਼ਮੀਨ ਨੂੰ ਦੁਬਾਰਾ ਮੁੜ ਤੋਂ ਉਸੇ ਤਰੀਕੇ ਨਾਲ ਆਬਾਦ ਕਰਨ? ਦੇਖੋ ਮੈਂ ਕਿਸਾਨ ਹਾਂ, ਅਸੀਂ ਮਾੜੀ ਜੀ ਸਾਡੇ ਇੱਕ ਚੁੰਡ ਖਾਲੀ ਰਹਿ ਜੇ ਨਾ ਤੇ ਅਸੀਂ ਕਈਆਂ ਨਾਲ ਉਹਨੂੰ ਗੁੱਡ ਕੇ ਵੀ ਇਹ ਸੋਚਦੇ ਹਾਂ ਵੀ 10-20 ਕਿਲੋ ਦਾਣੇ ਹੋ ਜਾਣ। ਐਡੀ ਵੱਡੀ ਜਿਹੜਾ ਫਾਰਮ ਇਕੱਠਾ ਛੱਡ ਕੇ 2 ਕੱਸੀਆਂ ਲੰਘਦੀਆਂ ਵਿੱਚ ਦੀ ਪਾਣੀ ਦੀਆਂ, ਔਰ ਇੰਨੀ ਪੱਕੀ ਜ਼ਮੀਨ ਹੈ। ਔਰ ਇੱਥੇ ਜਿਹੜਾ ਨਾ ਤਾਂ ਅੱਜ ਤਾਈਂ ਕੋਈ ਜਿਹੜਾ ਹੈਗਾ ਕੋਈ ਫਸਲ ਮਰਨ ਦੀ, ਕੋਈ ਸੇਮ ਦੀ, ਕੋਈ ਉਸ ਤਰ੍ਹਾਂ ਦੀ ਆ, ਬਹੁਤ ਪੱਕੀ ਜ਼ਮੀਨ ਆ। ਜੇ ਇਹਨੂੰ ਆਪਾਂ ਊਂ ਠੇਕੇ ਤੇ ਲੈਣਾ ਹੋਵੇ ਘੱਟੋ ਘੱਟ 65,000 ਰੁਪਏ ਕਿੱਲੇ ਦੇ ਵਿੱਚ ਜ਼ਮੀਨ ਠੇਕੇ ਤੇ ਮਿਲਦੀ ਆ। ਔਰ ਸਰਕਾਰ ਨੇ ਜਾਣ ਬੁੱਝ ਕੇ ਸਾਨੂੰ ਪਤਾ ਲੱਗਿਆ ਵੀ ਇਹਨੂੰ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਚਾਹੁੰਦੇ ਆ। ਕਾਰਪੋਰੇਟ ਘਰਾਣਿਆਂ ਨੂੰ ਦੇ ਕੇ ਇੱਥੇ ਵੱਡਾ ਜਿਹੜਾ ਕਾਰਪੋਰੇਟ ਦਾ ਕੋਈ ਜਿਹੜਾ ਹੈੱਡ ਬਣਾਉਣਾ ਚਾਹੁੰਦੇ ਆ। ਇਸੇ ਵਾਸਤੇ ਚੁੱਪ ਚਪੀਤੇ ਯੂਨੀਵਰਸਿਟੀ ਨੇ ਆਪ ਹੀ ਜਿਹੜੇ ਹੈਗੇ ਉਹ ਛੱਡਤਾ। ਅੱਗੇ ਜਿਹੜਾ ਉਹਨੂੰ ਕੰਟਰੈਕਟ ਨੂੰ ਵਧਾਉਣ ਵਾਸਤੇ ਕਿਸੇ ਬੰਦਿਆਂ ਨਾਲ ਸੰਪਰਕ ਨਹੀਂ ਕੀਤਾ, ਸਗੋਂ ਉਹ ਆਪ ਚਾਹੁੰਦੇ ਸੀ, ਜਿਹੜਾ ਟਰਸਟ ਚਾਹੁੰਦਾ, ਕਿਉਂਕਿ ਮਹਾਰਾਜਾ ਸਾਹਿਬ ਦਾ ਟਰਸਟ ਹੈ, ਉਹਨਾਂ ਨੂੰ ਇਹ ਜੋ ਮਹਾਰਾਜਾ ਸਾਹਿਬ ਦੀ ਸੋਚ ਹੈ ਤੇ ਅਸੀਂ ਵੀ ਉਸੇ ਸੋਚ ਨੂੰ ਅੱਗੇ ਵਧਾਈਏ। ਤਾਂ ਟਰਸਟ ਦੇ ਜਿਹੜੇ ਚੇਅਰਮੈਨ ਜਾਂ ਚੇਅਰਪਰਸਨ, ਉਹਨਾਂ ਦੀ ਕੋਸ਼ਿਸ਼ ਸੀ ਕਿ ਇਹਨਾਂ ਨੂੰ ਹੀ ਐਗਰੀਕਲਚਰ ਯੂਨੀਵਰਸਿਟੀ ਨੂੰ ਹੀ ਦਿੱਤਾ ਜਾਵੇ ਤਾਂ ਕਿ ਖੋਜ ਕਰਨ ਔਰ ਪੰਜਾਬ ਦਾ ਕਿਸਾਨ ਜਿਹੜਾ ਖੁਸ਼ਹਾਲ। ਦੇਖੋ ਸਾਹਿਬ, ਮਸ਼ੀਨਰੀ ਬੜੀ ਖੜੀ ਹੈ, ਥੋੜਾ ਵੇਖਣਾ ਚਾਹਾਂਗੇ ਆਪਾਂ, ਉਹ ਵੀ ਦੇਖਦੇ ਹਾਂ। ਦੇਖੋ ਸਾਹਿਬ, ਮਸ਼ੀਨਰੀ ਬੜੀ ਖੜੀ ਹੈ, ਇਹਦੇ ਬਾਰੇ ਕੀ ਕੁਝ ਕਹਿਣਾ ਚਾਹੋਗੇ? ਦੇਖੋ ਬਹੁਤ ਹੀ ਉਮਦਾ ਟਰੈਕਟਰ ਹੈ ਇਹ, ਪੰਜਾਬ ਦੀ ਧਰਤੀ ਦੇ ਉੱਤੇ ਆ 6911 ਖੜਾ ਹੈ, ਹਾਲੈਂਡ ਫੋਰਡ ਖੜਾ ਹੈ। ਐਡੇ ਐਡੇ ਟਰੈਕਟਰ ਆਮ ਪਿੰਡਾਂ ਦੇ ਕਿਸਾਨ, ਇਹਦੇ ਪਿਛਲੇ ਪਾਸੇ ਵੀ ਜਿਹੜੇ ਹੈਗੇ, ਇਹ ਇਕੱਲੇ ਇਹੀ ਨਹੀਂ ਟਰੈਕਟਰ, ਹੋਰ ਵੀ ਬਹੁਤ ਟਰੈਕਟਰ ਆ, ਹੋਰ ਆਧੁਨਿਕ ਮਸ਼ੀਨਾਂ ਜਿਹੜੀਆਂ ਆ, ਜਿਹੜੇ ਹੈਗੇ ਹੜੰਬੇ ਆ, ਦੂਜੇ ਆ ਸਾਰੇ ਆ, ਜਿਹੜੇ ਆਪਣੇ ਰੋਟਾਵੇਟਰ ਹੈ, ਉਹ ਪਿਛਲੇ ਪਾਸੇ ਦੇਖੋ ਉਹ ਹਾਲੈਂਡ ਫੋਰਡ ਖੜਾ ਜੀ ਵੱਡਾ। ਤੇ ਇਹ ਟਰੈਕਟਰ 15-20 ਲੱਖ ਰੁਪਏ ਦੀ ਕੀਮਤ ਦੇ ਆ, ਔਰ ਕਰੋੜਾਂ ਰੁਪਈਆਂ ਦੀ ਇਹ ਮਸ਼ੀਨਰੀ ਆ ਜਿਹੜੀ ਇੱਥੇ ਕਬਾੜ ਹੋ ਰਹੀ ਆ। ਦੇਖੋ ਸਾਹਿਬ, ਇਹ ਤਾਂ ਇਹਨਾਂ ਪਹਿਲਾਂ ਤਾਂ ਪੈਂਚਰ ਵੀ ਨਹੀਂ ਲਗਵਾਇਆ ਇਹਨਾਂ ਨੇ, ਤਾਂ ਵੀ ਐਂ ਖੜੇ ਤੇ ਕਬਾੜ ਹੀ ਹੋ ਰਹੇ ਨੇ। ਤਾਂ ਦੇਖੋ ਨਵੇਂ ਟਰੈਕਟਰ ਆ ਜੀ, ਐਡੀ ਸ਼ਾਨਦਾਰ ਟਰੈਕਟਰ ਹੈ। ਮੇਰੀ ਵੇਖ ਕੇ ਮਤਲਬ ਦਿਲ ਨੂੰ ਕੋਈ ਹੌਲ ਪੈਂਦੇ ਆ ਯਾਰ, ਕਿਉਂਕਿ ਅਸੀਂ ਆਪ ਕਿਸਾਨ, ਟਰੈਕਟਰ ਨੂੰ ਮਾੜੀ ਜੀ ਮਿੱਟੀ ਲੱਗ ਜੇ ਧੋ ਕੇ ਅੰਦਰ ਲਾਉਂਦੇ ਆ। ਤਾਂ ਇਸ ਤਰ੍ਹਾਂ ਇੰਨੇ ਨੇ ਆਹ 10-10, 15-15 ਲੱਖ ਰੁਪਏ ਦੇ ਟਰੈਕਟਰ ਆ ਜਿਹੜੇ ਊਂ ਹੀ ਖੜੇ ਕੀਤੇ ਹੋਏ ਆ, ਔਰ ਬਰਬਾਦੀ ਕਰ ਰਹੇ ਸਾਡੇ ਪੈਸੇ ਦੀ, ਉਹ ਪੈਸੇ ਦੀ ਜਿਹੜਾ ਪੈਸਾ ਸਾਡੇ ਅਸੀਂ 10-10, 20-20 ਰੁਪਏ ਜਿਹੜਾ ਟੈਕਸ ਦੇ ਕੇ ਜਿਹੜਾ ਉਹ ਇਕੱਠਾ ਕੀਤਾ। ਤਾਂ ਇਸ ਜਿਹੜੀ ਆ ਜਗ੍ਹਾ ਹੈ, ਇਹ ਸਾਹਿਬ ਇਹੀ ਵੇਖ ਰਹੇ ਸੀ, ਇਹ ਜਿਹੜੀ ਜਗ੍ਹਾ ਹੈਗੀ ਹੈ ਕਰੀਬ ਤੁਸੀਂ 1200 ਦੇ ਏਕੜ ਦੇ ਕਰੀਬ ਦੱਸ ਦਿਓ, ਇਹ ਜਿਹੜੀ ਸਾਰੀ ਉਹੀ ਜਗ੍ਹਾ ਹੈ ਵਾਲੀ ਸਾਰੀ ਜਿਹੜੀ ਸਾਹਮਣੇ? ਹਾਂ, ਇਹ ਮਤਲਬ 1250 ਤੋਂ 1250 ਕਿੱਲਾ ਜ਼ਮੀਨ ਹੈ। ਆ ਜਿਹੜੀ ਸਾਰੀ ਆ ਸਾਹਮਣੇ ਅੱਕ ਉੱਗੇ ਹੋਏ ਆ, ਅੱਕ ਉੱਗਿਆ, ਦੂਈ ਉਗਰੀ ਹੋਈ ਆ। ਤੁਸੀਂ ਵੇਖੋ ਵੀ ਆਪਦੇ ਤੌਰ ਤੇ ਹੀ ਇੰਨੀ ਪੱਕੀ ਜ਼ਮੀਨ ਹੈ, ਤੁਸੀਂ ਨਿਗਾਹ ਮਾਰੋਗੇ ਚੀਕਣੀ ਮਿੱਟੀ ਹੈ ਸਾਰੀ, ਜਿਹੜੀ ਹੈਗੀ ਲਾਲ ਮਿੱਟੀ ਹੈ, ਕਾਲੀ ਮਿੱਟੀ ਹੈ, ਐਡੀ ਉਪਜਾਊ ਜ਼ਮੀਨ ਹੈ। ਤਾਂ ਇਹੋ ਜਿਹੀ ਧਰਤੀ ਨੂੰ ਛੱਡ ਕੇ, ਔਰ ਨਾ ਹੀ ਐਡਾ ਵੱਡਾ ਫਾਰਮ ਹੈ ਜਿਹੜਾ ਪੰਜਾਬ ਦੇ ਵਿੱਚ ਕਿਤੇ ਮਿਲਣਾ,
ਐਡਾ ਵੱਡਾ ਟੱਕ ਕਿਤੇ ਨਹੀਂ ਮਿਲਣਾ। ਖੋਜ ਕਰਨ ਵਾਸਤੇ ਸਰਕਾਰ ਨੂੰ ਤਾਂ ਇਹ ਚਾਹੀਦਾ ਸੀ ਕਿ ਭਾਵੇਂ ਇਹਨਾਂ ਨੂੰ ਵੱਧ ਪੈਸੇ ਦੇ ਕੇ ਵੀ ਲੈਣਾ ਪੈਂਦਾ, ਪਰ ਉਹਨਾਂ ਦੀ ਟਰਸਟ ਦੀ ਤੁਸੀਂ ਦਿਆਨਦਾਰੀ ਵੇਖੋ, ਦਰਿਆਦਿਲੀ ਵੇਖੋ। ਉਹ ਚਾਹੁੰਦੇ ਕਿ ਪੰਜਾਬ ਦੇ ਭਲੇ ਕਰਨ ਵਾਸਤੇ ਅਸੀਂ ਜਿਹੜਾ ਹੈਗਾ ਇਹ ਸਿਰਫ ਜਿਹੜਾ ਇਹਨਾਂ ਨੂੰ ਖੋਜ ਕੇਂਦਰ ਨੂੰ ਹੀ ਦਿੱਤਾ ਜਾਵੇ, ਤਾਂ ਕਿ ਇੱਥੇ ਚੰਗੀ ਬੀਜ ਪੈਦਾ ਕੀਤੇ ਜਾ ਸਕਣ। ਚੰਗੇ ਦੇਖੋ ਸਾਹਿਬ ਦੱਸਦੇ 2-2 ਕੱਸੀਆਂ ਲੰਘਦੀਆਂ ਦੇ ਵਿਚਕਾਰ ਦੀ ਕਹਿੰਦੇ ਆ, ਤੇ ਇਹੋ ਜਿਹੀ ਜ਼ਮੀਨ ਸਿਰਫ ਸਰਕਾਰ ਕੱਲੀ ਦੋਸ਼ੀ ਨਹੀਂ, ਸਵਾਲ ਉਹਨਾਂ ਅਧਿਕਾਰੀਆਂ ਤੇ ਹੀ ਬਣਦੇ ਜਿਨ੍ਹਾਂ ਦੀ ਡਿਊਟੀ ਬਣਦੀ ਸੀ ਇਸ ਵਿੱਚ ਇਨਵੋਲਵ ਹੋਣਾ। ਦੇਖੋ ਮੈਂ ਕਹਿੰਦਾ ਵੀ ਸਾਡੇ ਲੋਕਲ ਜਿਹੜੇ ਐਮਐਲਏ ਆ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ। ਚਾਹੇ ਮੈਨੂੰ ਇਸ ਗੱਲ ਦਾ ਅਫਸੋਸ ਆ ਕਿ ਇਹ ਹਲਕਾ ਕੋਟਕਪੂਰ ਦੇ ਵਿੱਚ ਪੈਂਦਾ, ਸਾਡੇ ਵਿਧਾਇਕ ਬਾਈ ਕਲਤਾਰ ਜੀ ਹੋਣੀ ਆ, ਉਹਨਾਂ ਨੂੰ ਵੀ ਚਾਹੀਦਾ ਸੀ ਕਿ ਢਿੱਲੋਂ ਸਰਕਾਰ ਦੇ ਵਿੱਚ ਬੈਠਾ, ਉਹਨਾਂ ਦਾ ਫਰਜ਼ ਬਣਦਾ ਸੀ। ਤੇ ਆ ਸਾਹਮਣੇ ਜਿਹੜੀ ਹੈਗੀ ਕੱਸੀ ਲੰਘਦੀ ਆ, ਪਰੇ ਦੀ ਕੱਸੀ ਲੰਘਦੀ, ਐਡੀ ਉਪਜਾਊ ਜ਼ਮੀਨ ਆ ਜਿਹੜੀ, ਇਹਦੇ ਵਿੱਚ ਬਾਗ ਲੱਗੇ ਹੋਏ ਆ। ਸਭ ਤੋਂ ਵਧੀਆ ਜਿਹੜਾ ਬਾਗ ਆਪਣੇ ਇੱਥੇ ਹੈਗਾ ਦੂਜਾ ਜਿਹੜੀ ਆ ਅਮਰੂਦਾਂ ਦਾ, ਤੇ ਹੋਰ ਵੀ ਕਈ ਜਿਹੜੇ ਉਹਦਾ ਬਾਗ ਮਹਾਰਾਜਾ ਸਾਹਿਬ ਦੀ ਬੜੀ ਉੱਚੀ ਸੋਚ ਸੀ, ਉਹ ਬਾਗ ਲੱਗੇ ਹੋਏ ਆ। ਤੇ ਇਹ ਜਿਹੜਾ ਹੈਗਾ ਇਹਨਾਂ ਨੇ ਬਰਬਾਦ ਕਰਕੇ ਰੱਖ ਦਿੱਤਾ ਇਸ ਗੱਲ ਨੂੰ। ਕੋਈ ਗੱਲਬਾਤ ਹੋਈ ਕਿਸੇ ਅਧਿਕਾਰੀ ਨਾਲ ਵੀ ਇੰਨੀ ਵਧੀਆ ਥਾਂ ਹੈਗੀ ਹੈ, ਇੰਨੀ ਵੱਡੀ ਪ੍ਰਯੋਗਸ਼ਾਲਾ ਹੈ, ਕਿਉਂਕਿ ਪ੍ਰਯੋਗਸ਼ਾਲਾ ਨਾ ਹੋਣ ਕਰਕੇ, ਘੱਟ ਹੋਣ ਕਰਕੇ ਇਹਨਾਂ ਨਕਲੀ ਬੀਜ ਕਿਸਾਨਾਂ ਨੂੰ ਪਹੁੰਚ ਜਾਂਦਾ ਹੈ, ਤਾਂ ਕਿਤੇ ਨਾ ਕਿਤੇ ਯੂਜ਼ ਕੀਤਾ ਜਾ ਸਕਦਾ ਬਹੁਤ ਵਧੀਆ ਤਰੀਕੇ, ਹੋਰ ਵੀ ਕੋਈ ਤਰੀਕੇ ਨਾਲ ਕੰਮ ਕੀਤਾ ਜਾ ਸਕਦਾ। ਪਰ ਸਵਾਲਾਤ ਉਹੀ ਖੜੇ ਹੋਏ ਨੇ ਆਖਿਰ ਵਿੱਚ ਆ ਕੇ। ਦੇਖੋ ਅਸਲ ਕੀ ਆ ਵੀ ਕੋਈ ਬੰਦਾ ਜ਼ਿੰਮੇਵਾਰੀ ਲੈਣ ਨੂੰ ਤਿਆਰ ਹੀ ਨਹੀਂ ਅੱਜ ਦੀ ਡੇਟ 'ਚ। ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਆਇਆ, ਕੋਈ ਡੀਸੀ ਨੂੰ ਫਿਕਰ ਨਹੀਂਗਾ, ਕੋਈ ਉਤਲੇ ਅਧਿਕਾਰੀਆਂ ਨੂੰ ਨਹੀਂ, ਕੋਈ ਵੀਸੀ ਨੂੰ ਫਿਕਰ ਨਹੀਂ ਵੀ ਐਡਾ ਵੱਡਾ ਪ੍ਰੋਜੈਕਟ ਸਾਡੇ ਹੱਥੋਂ ਖੁੱਸ ਗਿਆ। ਸ਼ਹਿਰ ਦੇ ਵਿੱਚ ਜਿਹੜੀ ਹੈਗੀ ਆ BSc ਐਗਰੀਕਲਚਰ ਸੀ ਬਰਜਿੰਦਰਾ ਕਾਲਜ ਦੇ ਵਿੱਚ, ਪਿਛਲੇ ਕਈ ਸਾਲਾਂ ਤੋਂ ਚੱਲ ਰਹੀ, ਉਹ ਬੰਦ ਹੋ ਗਈ। ਸ਼ੂਗਰ ਮਿਲ ਫਰੀਦਕੋਟ ਬੰਦ ਹੋ ਗਈ, ਔਰ ਇਹਨਾਂ ਹੀ ਬੰਦਿਆਂ ਦੀ ਵਜ੍ਹਾ ਨਾਲ, ਕਿਉਂਕਿ ਆਹੀ ਬੰਦੇ ਫਰੀਦਕੋਟ ਦੇ ਕਿੱਕੀ ਢਿੱਲੋਂ, ਚਾਹੇ ਉਦੋਂ ਅਕਾਲੀ ਦਲ 'ਚ ਸੀ ਚਾਹੇ ਕਾਂਗਰਸ 'ਚ ਸੀ, ਅੱਜ ਵੀ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਜਿਹੜਾ ਹੈਗਾ ਫਰੀਦਕੋਟ ਨੂੰ ਜਿਹੜਾ ਬਰਬਾਦ ਕਰ ਰਿਹਾ। ਤਾਂ ਮੈਂ ਇਸ ਗੱਲ ਤੇ ਮੈਨੂੰ ਬੜੀ ਚਿੰਤਾ ਹੈ ਕਿ ਇਹੋ ਜਿਹੇ ਸਭ ਬਹੁਤ ਲੋਕਾਂ ਨੂੰ ਤਾਂ ਇਹ ਪਤਾ ਵੀ ਨਹੀਂ ਹੋਣਾ ਕਿ ਇੱਥੇ ਇਸ ਤਰੀਕੇ ਦੀ ਕੋਈ ਪ੍ਰਯੋਗਸ਼ਾਲਾ ਚੱਲਦੀ ਸੀ, ਕਿਉਂਕਿ ਜੇਕਰ ਸ਼ਹਿਰ ਵਾਸੀ ਦੀ ਗੱਲ ਕਰੀਏ, ਜੋ ਪੁਰਾਣੇ ਲੋਕ ਨੇ ਉਹਨਾਂ ਨੂੰ ਕੁਛ ਕੁ ਲੋਕਾਂ ਨੂੰ ਪਤਾ ਹੈ ਕਿ ਇੱਥੇ ਇੱਡਾ ਵੱਡੀ ਕੋਈ ਪ੍ਰਯੋਗਸ਼ਾਲਾ ਵੀ ਫਰੀਦਕੋਟ ਵਿੱਚ ਵੀ ਕੋਈ ਹੈਗੀ ਹੈ। ਤਾਂ ਕਿਤੇ ਨਾ ਕਿਤੇ ਸਵਾਲਾਂ ਤਾਂ ਖੜੇ ਵੀ, ਕਿਉਂਕਿ ਕੰਮ ਨਹੀਂ ਹੋ ਰਿਹਾ ਹੋਣਾ ਇੱਥੇ। ਜਾਂ ਤਾਂ ਦੇਖੋ ਕੰਮ ਹੁੰਦਾ ਹੈ, ਸਾਨੂੰ ਪਤਾ ਲੱਗ ਗਿਆ, ਜੇ ਸਾਨੂੰ ਪਤਾ ਲੱਗਿਆ ਤਾਂ ਲੋਕਾਂ ਨੂੰ ਵੀ ਤਾਂ ਪਤਾ ਲੱਗਾ ਹੋਊਗਾ ਨਾ। ਡੀਸੀ ਹੈ, SSP ਹੈ ਜਾਂ MLA ਆ, ਉਹਨਾਂ ਦੀ ਕੀ ਡਿਊਟੀ ਆ? ਇੱਥੋਂ ਲੋਕਾਂ ਨੇ ਜਾ ਕੇ ਦੱਸਿਆ ਹੋਣਾ, ਜਿਹੜੇ ਬੰਦੇ ਇੱਥੋਂ ਰੁਜ਼ਗਾਰ ਖੁੱਸ ਗਿਆ, ਜਿਹੜੇ ਬੰਦੇ ਵਿਹਲੇ ਹੋ ਗਏ, ਉਹਨਾਂ ਨੇ ਕਿਹਾ ਹੋਣਾ ਜੀ ਇਹਨੂੰ ਚਾਲੂ ਕਰਾਓ। ਪਰ ਨਹੀਂ, ਕਿਸੇ ਦੇ ਸਿਰ ਤੇ ਕੋਈ ਜੂੰ ਨਹੀਂ ਸਰਕੀ। ਸਾਨੂੰ ਪਤਾ ਲੱਗਿਆ, ਅਸੀਂ ਆਏ ਹਾਂ, ਤੇ ਜਿਹੜਾ ਉਹਨਾਂ ਨੂੰ ਵੀ ਆ ਕੇ ਫਰਜ਼ ਬਣਦਾ, ਕਿਉਂਕਿ ਸਰਕਾਰ ਦੇ ਵਿੱਚ ਬੈਠੇ ਚੰਨੀ ਸਾਹਿਬ ਹੋਰ ਕਰੀ ਜਾਂਦੇ ਅਨਾਉਂਸਮੈਂਟਾਂ। ਕਰੋੜਾਂ ਰੁਪਈਆ ਇੱਥੋਂ ਕਮਾ ਸਕਦੇ ਆ, ਜਿਹੜਾ ਕਰੋੜਾਂ ਰੁਪਈਆ ਬੀ ਵੇਚ ਕੇ ਇੱਥੋਂ ਬਣਾ ਸਕਦੇ ਆ। ਇਹ ਨਹੀਂ ਵੀ ਸਰਕਾਰ ਨੇ ਇਹਦੇ ਵਿੱਚ ਕੁਝ ਪਾਉਣਾ ਹੈ, ਸਰਕਾਰ ਨੇ ਇੱਥੋਂ ਕਮਾਉਣਾ ਹੈ। ਸਿਰਫ 6200 ਰੁਪਈਆ ਜੇ ਠੇਕਾ ਭਰਦੇ ਨੇ, ਪਹਿਲਾਂ 1000 ਭਰਦੇ ਰਹੇ। ਹੋ ਸਕਦਾ ਤੁਸੀਂ 1000 ਤੇ ਵੀ ਗੱਲ ਕਰ ਲੈਂਦੇ ਟਰਸਟ ਦੇ ਨਾਲ, ਜੇ ਕੋਈ ਚੰਗੇ ਸੁਲਝੇ ਬੰਦੇ ਕੋਈ 2 ਜਾ ਕੇ ਗੱਲ ਕਰਦੇ, ਉਹ ਘੱਟ ਤੇ ਵੀ ਗੱਲ ਕਰ ਲੈਂਦੇ। ਤਾਂ ਇੱਥੋਂ ਤੁਸੀਂ ਕਰੋੜਾਂ ਰੁਪਈਆ ਸਰਕਾਰ ਕਮਾਉਂਦੀ, ਇੱਥੇ ਲਾਉਣਾ ਨਹੀਂ ਸਰਕਾਰ ਨੇ ਕੁਛ। ਠੀਕ ਹੈ ਜੀ। ਬਾਈ ਜੀ ਤੁਸੀਂ ਇੱਥੇ ਕੰਮ ਕਰਦੇ ਹੋ? ਹਾਂਜੀ, ਇੱਥੇ ਕੰਮ ਕਰਦੇ ਆ ਜੀ। ਹੁਣ ਪਤਾ ਲੱਗਿਆ ਹੋਣਾ ਕਿ ਵੀ ਇਹਦਾ ਟਾਈਮ ਪੂਰਾ ਹੋ ਰਿਹਾ ਹੈ, ਕੀ ਕਹਿਣਾ ਚਾਹੁੰਦੇ? ਪੂਰਾ ਇਹ ਆਣੇ ਆ ਵੀ ਇਹ ਸੇਖੋ ਸਾਹਿਬ ਜਿਵੇਂ ਆਏ, ਇਹੋ ਜਿਹੇ ਕੋਈ ਮੰਤਰੀ 4 ਚੰਗੇ ਇਕੱਠੇ ਆ ਗਏ, ਇਹਦਾ ਜਿਵੇਂ ਸਾਰ ਮੰਤਰੀ ਸਾਹਿਬ ਲੈ ਰਹੇ ਨੇ, ਐਵੇਂ ਲਿਆ ਜਾ ਕੇ 5 ਪਿੰਡਾਂ ਦੇ ਬੰਦੇ ਕੰਮ ਕਰਦੇ ਆ ਇੱਥੇ। ਇਹ ਰੁਜ਼ਗਾਰ ਬਹੁਤ ਜ਼ਿਆਦਾ, ਜਿਹੜਾ ਬੇਰੁਜ਼ਗਾਰ ਹੋ ਜਾਣਗੇ ਕੰਮ ਕਿੱਥੇ ਕਰਨਗੇ? ਸਿਹਤ ਇਹ ਸਾਡੀ ਰੋਟੀ ਰੋਜੀ ਆ, ਤੇ ਅਸੀਂ ਤਾਂ ਚਾਹੁੰਦੇ ਆ ਵੀ ਸਾਨੂੰ ਫਾਰਮ ਮਿਲ ਜੇ। ਤੇ ਸੇਖੋ ਸਾਹਿਬ ਜਿਵੇਂ ਆਏ, ਐਵੇਂ ਇੱਕ ਦੋ ਲੀਡਰ ਬਣ ਆਉਣਗੇ, ਇਹ ਲਾਪਸੀਲਾ ਕਰਨਗੇ, ਫੇਰ ਹੀ ਸਾਰੇ ਕੰਮ ਲੱਗੇਗਾ। ਬਿਲਕੁਲ, ਚਾਹੇ ਗੱਲਬਾਤ ਕੀਤੀ ਜਾਵੇ, ਜਿਨ੍ਹਾਂ ਲੋਕਾਂ ਦਾ ਫਰਜ਼ ਬਣਦਾ ਸੀਗਾ ਇਸ ਲਈ ਆਵਾਜ਼ ਉਠਾਉਣਾ ਅਤੇ ਆਪਦੇ ਇਲਾਕੇ ਦੀ ਖੁਸ਼ਹਾਲੀ, ਹਰ ਕੋਈ ਚਾਹੁੰਦਾ ਕਿ ਸਾਡਾ ਇਲਾਕਾ ਖੁਸ਼ਹਾਲ ਹੋਵੇ। ਪਰ ਜੇਕਰ ਵੱਡੇ ਪ੍ਰੋਜੈਕਟ ਐਸੇ ਤਰੀਕੇ ਨਾਲ ਇੱਕ ਇੱਕ ਕਰਕੇ ਦਮ ਤੋੜਦੇ ਜਾਣਗੇ, ਤਾਂ ਸਿੱਧੀ ਮਾਰ ਜਿਹੜੀ ਹੈਗੀ ਹੈ ਉਹ ਕਿਸਾਨਾਂ ਨੂੰ ਹੀ ਪੈਣੀ ਹੈ। ਕਿਸਾਨ ਤਾਂ ਪਹਿਲੇ ਹੀ ਖੁਦਕੁਸ਼ੀਆਂ ਕਰ ਰਿਹਾ ਹੈ, ਦੂਜੇ ਪਾਸੇ ਕਿਸਾਨ ਆਪਣੀ ਹੋਂਦ ਬਚਾਉਣ ਲਈ ਅੰਦੋਲਨ ਕਰ ਰਿਹਾ ਹੈ, ਅਤੇ ਉਸ ਤੋਂ ਬਾਅਦ ਹੁਣ ਇੱਕ ਵੱਡੀ ਮੁਸੀਬਤ ਜਿਹੜੀ ਹੈਗੀ ਹੈ ਇਹ ਕਿਸਾਨਾਂ ਸਾਹਮਣੇ ਹੈ, ਕਿਉਂਕਿ ਇਹ ਲੈਬ ਜਿਹੜੀ ਹੈ ਇੱਥੋਂ ਇਹ ਬੰਦ ਹੋਣ ਜਾ ਰਹੀ ਹੈ। ਫਿਲਹਾਲ ਦੀ ਗੱਲ ਤਾਂ ਅਧਿਕਾਰੀਆਂ ਨਾਲ ਗੱਲਬਾਤ ਜ਼ਰੂਰ ਕਰਾਂਗੇ ਕਿ ਆਖਿਰਕਾਰ ਇਸ ਲੈਬ ਦਾ, ਇਸ ਪ੍ਰਯੋਗਸ਼ਾਲਾ ਦਾ ਅੱਗੇ ਲਈ ਸਰਕਾਰ ਕੀ ਸੋਚ ਰਹੀ ਹੈ। ਤਾਂ ਇਸ ਵਕਤ ਸਾਡੇ ਨਾਲ ਡਾਕਟਰ ਰਾਠੌਰ ਮੌਜੂਦ ਨੇ, ਸਾਰੀ ਕਾਰਜਕਾਰਨੀ ਦੇਖਦੇ ਨੇ ਫਰੀਦਕੋਟ ਦੀ। ਤਾਂ ਗੱਲਬਾਤ ਇਹਨਾਂ ਨਾਲ ਕਰਦੇ ਹਾਂ। ਡਾਕਟਰ ਸਾਹਿਬ, ਕਿਸ ਤਰੀਕੇ ਦਾ ਇਹ ਪੂਰਾ ਪ੍ਰਯੋਗਸ਼ਾਲਾ ਚੱਲ ਰਹੀ ਸੀਗੀ, ਤੇ ਹੁਣ ਕਿਸ ਤਰੀਕੇ ਦੀ ਸਮੱਸਿਆ ਆ ਰਹੀ ਹੈ ਲੀਜ਼ ਨੂੰ ਲੈ ਕੇ? ਦੇਖੋ, ਜਿਹੜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੇ ਮੇਰਾਵਲ ਖੇਵਾਜੀ ਟਰਸਟ ਦੇ ਇੱਕ ਲੀਜ਼ ਡੀਡ ਸਾਈਨ ਕੀਤੀ ਸੀ, ਜਿਹੜੀ ਕਿ 30 ਸਾਲਾਂ ਵਾਸਤੇ ਸੀ। ਤੇ ਉਸ ਵਾਸਤੇ ਯੂਨੀਵਰਸਿਟੀ ਨੇ ਜਿਹੜੀ ਸ਼ੁਰੂ ਤੇ 1000 ਰੁਪਈਆ ਲੀਜ਼ ਮਨੀ ਪਰ ਏਕੜ ਪਰ ਐਨਮ
ਟਰਸਟ ਨੂੰ ਦੇਣੀ ਸੀ ਤੇ ਹਰ ਸਾਲ ਉਸ ਦਾ 5% ਵਾਧਾ ਹੋਣਾ ਸੀ। ਤੇ ਉਹ ਲੀਜ਼ ਕਿਉਂਕਿ 30 ਸਾਲਾਂ ਦੀ ਸੀ ਤੇ ਉਹ ਮਈ 2021 ਨੂੰ ਖਤਮ ਹੋ ਗਈ ਹੈ ਤੇ ਉਸ ਨੂੰ ਅੱਗੇ ਵਧਾਉਣ ਵਾਸਤੇ ਯੂਨੀਵਰਸਿਟੀ ਤੇ ਮੇਰਾ ਵੱਲ ਖੇਵਾ ਜੀ ਟਰਸਟ ਦਾ ਮੀਟਿੰਗਾਂ ਵੀ ਹੋਈਆਂ ਤੇ ਅਸੀਂ ਉਹਨਾਂ ਨੂੰ ਲਿਖਿਆ ਵੀ ਹੈ ਕਿ ਟਰਸਟ ਸਾਡੀ ਲੀਜ਼ ਨੂੰ ਅੱਗੇ ਵਧਾਵੇ ਤਾਂ ਕਿ ਅਸੀਂ ਪੰਜਾਬ ਦੇ ਕਿਸਾਨਾਂ ਦੀ ਸੇਵਾ ਕਰ ਸਕੀਏ ਉન્નਤ ਕਿਸਮਾਂ ਦੇ ਬੀਜ ਤਿਆਰ ਕਰਕੇ। ਬਹੁਤ ਸਾਰੇ ਲੋਕ ਚਿੰਤਿਤ ਸੀਗੇ ਜਿਹੜੇ ਉੱਥੇ ਕੰਮ ਕਰਦੇ ਨੇ ਅਤੇ ਫਰੀਦਕੋਟ ਸ਼ਹਿਰ ਨਿਵਾਸੀ ਕਿ ਵੀ ਇੰਨਾ ਵੱਡਾ ਸੈਂਟਰ ਇੱਥੇ ਚੱਲ ਰਿਹਾ ਸੀਗਾ, ਕਿਤੇ ਉਹ ਬੰਦ ਨਾ ਹੋ ਜਾਵੇ, ਕਿ ਲੋਕ ਉਮੀਦ ਕਰ ਸਕਦੇ ਵੀ ਇਹੋ ਜਿਹੀ ਨੌਬਤ ਨਹੀਂ ਆਵੇਗੀ। ਦੇਖੋ ਜੀ, ਜਿਹੜੀ ਹੋਪ ਹੈ ਲਾਈਫ ਸਸਟੇਨ ਹੋਪ ਹੀ ਕਰਦੀ ਹੈ। ਅਸੀਂ ਤਾਂ ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਸੰਦ ਅਸੀਂ ਉੱਥੇ ਹਾਲੇ ਵੀ ਰੱਖੇ ਹੋਏ ਹੈ, ਤਾਂ ਇਸ ਵਾਸਤੇ ਹੀ ਰੱਖੇ ਹੋਏ ਹੈ ਕਿ ਸਾਨੂੰ ਉਮੀਦ ਹੈ ਕਿ ਉਹ ਲੀਜ਼ ਵਧੂਗੀ ਅਤੇ ਅਸੀਂ ਉੱਥੇ ਫਿਰ ਰੌਣਕਾਂ ਲਿਆਵਾਂਗੇ, ਕੰਮ ਕਾਜ ਕਰਾਂਗੇ, ਲੋਕਾਂ ਨੂੰ ਵੀ ਉન્નਤ ਕਿਸਮਾਂ ਦੇ ਦੇਵਾਂਗੇ। ਬਿਲਕੁਲ ਸਰ, ਵੇਖ ਰਹੇ ਸੀ ਬਹੁਤ ਵੱਡੇ ਵੱਡੇ ਟਰੈਕਟਰ ਖੜੇ ਨੇ, ਬਹੁਤ ਮਸ਼ੀਨਰੀ ਖੜੀ ਹੈ ਉੱਥੇ। ਨਹੀਂ, ਉਹ ਤਾਂ ਸਰ ਇਸ ਵਾਸਤੇ ਖੜੇ ਹੈ ਕਿਉਂਕਿ ਅਗਰ ਅਸੀਂ ਚਾਹੁੰਦੇ ਤਾਂ ਸ਼ਿਫਟ ਵੀ ਕਰ ਸਕਦੇ ਸੀ। ਅਸੀਂ ਇਸੀ ਵਾਸਤੇ ਉਹਨੂੰ ਰੱਖਿਆ ਹੋਇਆ ਹੈ ਕਿ ਤਾਂ ਕਿ ਲੀਜ਼ ਅੱਗੇ ਵਧੂਗੀ। ਅਸੀਂ ਤਾਂ ਇਹੀ ਸੋਚ ਕੇ ਚੱਲ ਰਹੇ ਹਾਂ ਤਾਂ ਕਿ ਅਸੀਂ ਉੱਥੇ ਬੀ ਵੀ ਪੈਕ ਕਰ ਰਹੇ ਹਾਂ, ਕਿਉਂ ਸਾਰਾ ਕੁਛ ਹੀ ਹੋ ਰਿਹਾ। ਕੁਛ ਇੱਕ ਦੋ ਟਰੈਕਟਰ ਤਾਂ ਸਾਨੂੰ ਚਾਹੀਦੇ ਵੀ ਬੀ ਆਸੇ ਪਾਸੇ ਭੇਜਣ ਵਾਸਤੇ, ਪਰ ਉਹ ਮਸ਼ੀਨਰੀ ਅਸੀਂ ਇਸ ਵਾਸਤੇ ਰੱਖੀ ਹੋਈ ਹੈ ਕਿ ਉਹ ਲੀਜ਼ ਜਿਹੜੀ ਉਹ ਵਧੂਗੀ। ਤਾਂ ਡਾਕਟਰ ਸਾਹਿਬ ਸਾਡੇ ਨਾਲ ਮੌਜੂਦ ਸੀਗੇ, ਤਾਂ ਉਮੀਦ ਜ਼ਰੂਰ ਇੱਥੇ ਜਤਾਈ ਜਾ ਸਕਦੀ ਹੈ ਕਿ ਜੋ ਗੱਲਬਾਤ ਇਸ ਵਕਤ ਡਿਪਾਰਟਮੈਂਟ ਅਤੇ ਜੋ ਮਹਿਰਾਵਲ ਖੇਵਾ ਜੀ ਟਰਸਟ ਹੈ ਮਹਾਰਾਜਾ ਹਰਿੰਦਰ ਸਿੰਘ ਦੀ, ਉਹਨਾਂ ਵਿਚਕਾਰ ਚੱਲ ਰਹੀ ਹੈ ਅਤੇ ਉਮੀਦ ਕੀਤੀ ਜਾ ਸਕਦੀ ਹੈ, ਕੋਸ਼ਿਸ਼ ਕੀਤੀ ਜਾ ਰਹੀ ਡਿਪਾਰਟਮੈਂਟ ਵੱਲੋਂ ਕਿ ਇਹ ਇਸੇ ਤਰੀਕੇ ਨਾਲ ਅੱਗੇ ਚੱਲਦੀ ਰਹੇ। ਫਿਲਹਾਲ ਵੇਖਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਕਿਸਾਨ ਜੋ ਨੇ ਉਹ ਇਸ ਤੋਂ ਕਿੰਨਾ ਕੁ ਫਾਇਦਾ ਲੈਂਦੇ ਨੇ ਜਾਂ ਫਿਰ ਜੋ ਗੱਲਬਾਤ ਚੱਲ ਰਹੀ ਹੈ ਉਸ ਨੂੰ ਵੇਖਦੇ ਹੋਏ ਕੋਈ ਹੋਰ ਫੈਸਲਾ ਅੱਗੇ ਆਵੇਗਾ। ਫਰੀਦਕੋਟ ਤੋਂ ਕੈਮਰਾ ਪਰਸਨ ਰਾਜੇਸ਼ ਬਾਗੜੀ ਦੇ ਨਾਲ ਸੂਰਜ ਪ੍ਰਕਾਸ਼, ਦੈਨਿਕ ਸਵੇਰਾ ਟੀਵੀ। ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ। ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ तुरंत संपर्क करो, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। ਵਰਲਡ ਫੇਮਸ ਬਾਬਾ ਸਲੀਮ ਖਾਨ 21 ਵਾਰ 골ਡ ਮੈਡਲਿਸਟ। ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਯੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ। ਜਿਵੇਂ ਚਾਹੋਗੇ ਉਵੇਂ ਹੋਏਗਾ। ਇਟਸ ਮਾਈ ਪ੍ਰੋਮਿਸ, ਇਮੀਡੀਏਟਲੀ ਰਿਜ਼ਲਟ, ਓਪਨ ਚੈਲੰਜ। ਇਲਮਾਂ ਦੇ ਮਾਹਿਰ A to Z ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ। ਵਸ਼ੀਕਰਨ ਅਤੇ ਮੁੱਠ ਕਰਨੀ, ਲਵ ਮੈਰਿਜ, ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ, ਪੱਕਾ ਕੰਮ ਪੱਕਾ ਹੱਲ, 101% ਦੀ ਗਾਰੰਟੀ, ਅਸ਼ਟਾਮ ਪੇਪਰ ਸਮੇਤ। ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਝਗੜਾ, ਪਤੀ ਪਤਨੀ 'ਚ ਅਣਬਣ, ਜਾਦੂ ਟੋਨਾ, ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ, ਰੁੱਸੇ ਨੂੰ ਮਨਾਉਣਾ। ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 98 199 37 467।